ਹਾਂਜੀ, ਹੈਲੋ, ਤੁਹਾਡਾ ਸਭ ਦਾ ਫਿਰ ਇੱਕ ਵਾਰ ਸਵਾਗਤ ਹੈ। ਅਸੀਂ ਜਨਸੰਖਿਆ ਲੈਸਨ ਨੂੰ ਰੀਡ ਕਰ ਰਹੇ ਹਾਂ ਅਤੇ ਹੁਣ ਅਸੀਂ ਜਨਸੰਖਿਆ ਬਾਰੇ ਜੋ ਲੈਸਨ ਆ ਉਸ ਨੂੰ ਅੱਗੇ ਡਿਟੇਲ ਦੇ ਵਿੱਚ ਸਮਝਣ ਜਾ ਰਹੇ ਹਾਂ ਕਿ ਜੋ ਸਾਡਾ ਭਾਰਤ ਉਪ ਮਹਾਂਦੀਪ ਹੈ ਉਹ ਦੁਨੀਆ ਦੇ ਉਹਨਾਂ ਗਿਣਿਆ ਚੁਣਿਆ ਮਹਾਂਦੀਪਾਂ ਦੇ ਵਿੱਚੋਂ ਇਹ ਹੈ ਕਿ ਜਿੱਥੇ ਪ੍ਰਾਚੀਨ ਕਾਲ ਤੋਂ ਹੀ ਜਨਸੰਖਿਆ ਦਾ ਵਸੇਮਾ ਜਿਹੜਾ ਆ ਉਹ ਚੱਲ ਰਿਹਾ ਹੈ। ਇੱਥੇ ਸਿੱਧੂ ਘਾਟੀ ਦੀ ਸੱਭਿਅਤਾ ਜਿਹੜੀ ਹੈ ਉਸ ਦਾ ਜਨਮ ਅਤੇ ਵਿਕਾਸ ਹੋਇਆ। ਅਤੇ ਜੇਕਰ ਅਸੀਂ ਇੱਕ ਮੋਟਾ ਜਿਹਾ ਅੰਦਾਜ਼ਾ ਲਗਾਈਏ ਤਾਂ ਜਿਸ ਵਕਤ ਮੁਗਲ ਸਾਮਰਾਜ ਅਕਬਰ ਦੀ ਉਹਨਾਂ ਦੀ ਡੈਥ ਹੋਈ ਸੀ 1605 ਦੇ ਵਿੱਚ, ਉਸ ਵਕਤ ਜੋ ਭਾਰਤ ਦੀ ਜਨਸੰਖਿਆ ਉਹ 10 ਕਰੋੜ ਸੀ। ਉਸ ਤੋਂ ਅਗਲੇ 100 ਸਾਲਾਂ ਦੇ 1750 ਦੇ ਵਿੱਚ ਜੋ ਇਸ ਦੀ ਜਨਸੰਖਿਆ ਉਹ 19 ਕਰੋੜ ਹੋ ਗਈ। 1850 ਦੇ ਵਿੱਚ ਜੋ ਭਾਰਤ ਦੀ ਜਨਸੰਖਿਆ ਉਹ 23.3 ਕਰੋੜ ਤੱਕ ਚਲੀ ਗਈ। ਉਸ ਤੋਂ ਬਾਅਦ 1901 ਦੇ ਵਿੱਚ ਜੋ ਭਾਰਤ ਦੀ ਜਨਸੰਖਿਆ 2308 ਕਰੋੜ ਉਹ ਹੋ ਗਈ ਸੀ। ਚਾਹੇ ਕਿ ਸਾਡੇ ਜੋ ਭਾਰਤ ਦੇ ਵਿੱਚ ਬਹੁਤ ਲੜਾਈਆਂ ਹੋਈਆਂ, ਮਹਾਂਮਾਰੀਆਂ, ਸੋਕਾ ਪੈਣ ਨਾਲ ਮੌਤਾਂ ਵੀ ਹੋਈਆਂ, ਪਰ ਫਿਰ ਵੀ ਜਨਸੰਖਿਆ ਜਿਹੜੀ ਹੈ ਉਹ ਲਗਾਤਾਰ ਵੱਧਦੀ ਗਈ। 1951 ਦੇ ਵਿੱਚ ਭਾਰਤ ਦੀ ਜੋ ਜਨਸੰਖਿਆ ਸੀ ਉਹ 35.9 ਕਰੋੜ ਤੱਕ ਚਲੀ ਗਈ। 2001 ਦੇ ਵਿੱਚ ਭਾਰਤ ਦੀ ਜਨਸੰਖਿਆ 102.7 ਕਰੋੜ ਹੋ ਗਈ ਅਤੇ 2011 ਦੇ ਵਿੱਚ ਜੋ ਭਾਰਤ ਦੀ ਜਨਸੰਖਿਆ ਉਹ 121 ਕਰੋੜ ਹੈ। ਯਾਨੀ ਕਿ ਜੋ ਅਸੀਂ ਇਸ ਮਾਈਂਡ ਮੈਪ ਦੇ ਵਿੱਚ ਦੇਖ ਰਹੇ ਹਾਂ ਕਿ 1605 ਦੇ ਵਿੱਚ ਜਨਸੰਖਿਆ ਜੋ ਭਾਰਤ ਦੀ ਕਿੰਨੀ ਸੀ, 1750 ਦੇ ਵਿੱਚ ਕਿੰਨੀ ਹੋ ਗਈ, 1850 ਦੇ ਵਿੱਚ ਕਿੰਨੀ ਹੋ ਗਈ, 1901 ਦੇ ਵਿੱਚ ਕਿੰਨੀ ਹੋਈ, ਆਜ਼ਾਦੀ ਤੋਂ ਬਾਅਦ 1951 ਦੇ ਵਿੱਚ ਕਿੰਨੀ ਹੋ ਗਈ, 2001 ਦੇ ਵਿੱਚ ਕਿੰਨੀ ਹੋ ਗਈ ਅਤੇ 2011 ਦੇ ਵਿੱਚ ਕਿੱਥੇ ਤੱਕ ਉਹ ਪਹੁੰਚ ਗਈ ਆ। ਅਤੇ ਇਸ ਜਿੰਨੀ ਵੀ ਜਨਸੰਖਿਆ ਆ ਉਸ ਨੂੰ ਅਸੀਂ ਇੱਕ ਟੇਬਲ ਦੇ ਨਾਲ ਅੱਗੇ ਜਾ ਕੇ ਉਹਨੂੰ ਸਮਝ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਭਾਰਤ ਦੀ ਜਨਸੰਖਿਆ ਜਿਹੜੀ ਆ ਉਹ ਆਜ਼ਾਦੀ ਤੋਂ ਲੈ ਕੇ ਹੁਣ ਤੱਕ 3 ਗੁਣਾ ਲਗਭਗ ਜਿਹੜਾ ਸੀ ਵਾਧਾ ਇਹਦਾ ਹੋ ਚੁੱਕਾ ਹੈ। ਇਹ ਅਸੀਂ ਟੇਬਲ ਦੇਖ ਰਹੇ ਹਾਂ। ਇਸ ਟੇਬਲ ਦੇ ਵਿੱਚ ਜੋ ਭਾਰਤ ਦੀ ਜਨਸੰਖਿਆ 1901 ਤੋਂ ਲੈ ਕੇ 2011 ਤੱਕ ਸੀ ਉਸ ਨੂੰ ਦਰਸਾਇਆ ਜਾ ਰਿਹਾ ਹੈ। ਇਸ ਦੇ ਵਿੱਚ ਉੱਪਰ ਫਸਟ ਸਾਲ ਲਿਖੇ ਹੋਏ ਨੇ ਕਿ ਤੁਸੀਂ ਦੇਖ ਰਹੇ ਹੋ ਕਿ 1901 ਤੋਂ ਲੈ ਕੇ 2011 ਤੱਕ ਇਸ ਤਰ੍ਹਾਂ ਜਨਸੰਖਿਆ ਦਰਸਾਈ ਹੋਈ ਹੈ। ਜਨਸੰਖਿਆ ਤੋਂ ਬਾਅਦ ਜੋ ਦਹਾਕੇ ਵਾਲੀ ਵਾਧਾ ਦਰ ਹੈ ਪਰਸੈਂਟੇਜ ਦੇ ਵਿੱਚ ਕਿੰਨੀ ਹੋਈ ਉਹ ਵੀ ਤੁਸੀਂ ਦੇਖ ਰਹੇ ਹੋ। ਔਸਤ ਸਾਲਾਨਾ ਐਕਸਪੋਨੈਂਸ਼ੀਅਲ ਵਾਧਾ ਦਰ ਕਿੰਨੇ ਪਰਸੈਂਟੇਜ ਦੇ ਹਿਸਾਬ ਨਾਲ ਹੋਈ ਹੈ ਉਹ ਵੀ ਤੁਸੀਂ ਦੇਖ ਰਹੇ ਹੋ। ਅਤੇ ਲਾਸਟ ਦੇ ਵਿੱਚ ਜੋ 1901 ਤੋਂ ਬਾਅਦ ਜੋ ਵੱਧਦੀ ਹੋਈ ਵਾਧਾ ਦਰ ਹੈ ਉਹ ਵੀ ਤੁਹਾਡੇ ਸਾਹਮਣੇ ਆ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੋ ਭਾਰਤ ਦੀ ਜਨਸੰਖਿਆ ਜੋ 1901 ਦੇ ਵਿੱਚ ਉਹ 23 ਕਰੋੜ 83,96,327 ਸੀ। ਉਸ ਤੋਂ ਬਾਅਦ ਜੋ 1911 ਦੇ ਵਿੱਚ ਜੋ ਜਨਸੰਖਿਆ ਜਿਹੜਾ ਉਹ 25 ਕਰੋੜ ਤੱਕ ਪਹੁੰਚ ਗਈ। ਯਾਨੀ ਕਿ ਜੋ ਦਹਾਕੇ ਵਾਲੀ ਵਾਧਾ ਦਰ ਸੀ ਉਹਦੇ ਵਿੱਚ 0.75% ਦਾ ਵਾਧਾ ਹੋਇਆ ਅਤੇ ਜੋ ਐਕਸਪੋਨੈਂਸ਼ੀਅਲ ਵਾਧਾ ਦਰ ਸੀ ਐਨੂਅਲ ਉਹ 0.56% ਵਾਧਾ ਹੋਇਆ ਅਤੇ ਜੋ 10 ਸਾਲਾਂ ਦੇ ਵਿੱਚ ਜੋ ਵਾਧਾ ਦਰ ਆ ਉਹ 5.75 ਜੋ ਪਰਸੈਂਟ ਉਹ ਵਧੀ ਹੈ। ਅਤੇ ਇਸ ਤਰ੍ਹਾਂ ਦੇਖਦੇ ਹਾਂ ਕਿ 1921 ਦੇ ਵਿੱਚ ਜੋ ਮਤਲਬ ਭਾਰਤ ਦੀ ਜਨਸੰਖਿਆ ਸੀ ਉਹ 1911 ਨਾਲੋਂ ਕੁਛ ਘਟੀ। ਯਾਨੀ ਕਿ ਉਹਦੇ ਵਿੱਚ ਜੋ ਵਾਧਾ ਦਰ ਦੇ ਵਿੱਚ 0.31% ਦੀ ਗਿਰਾਵਟ ਆ ਗਈ ਸੀ ਅਤੇ ਜੋ ਐਕਸਪੋਨੈਂਸ਼ੀਅਲ ਵਾਧਾ ਦਰ ਜਿਹੜਾ ਸੀ ਉਹਦੇ ਵਿੱਚ ਵੀ 0.03 ਦਾ ਜੋ ਗਿਰਾਵਟ ਦੇਖੀ ਗਈ। ਅਤੇ ਜੋ 1901 ਤੋਂ ਬਾਅਦ ਜਿਹੜੀ ਵਾਧਾ ਦਰ ਆ ਉਹ ਵੀ 5.42 ਹੋ ਗਈ। ਇਸ ਤਰ੍ਹਾਂ ਤੁਸੀਂ ਅੱਗੇ ਵੀ ਦੇਖ ਰਹੇ ਹੋ ਕਿ 1931 ਦੇ ਵਿੱਚ ਜੋ ਜਨਸੰਖਿਆ ਫਿਰ ਵਧਣੀ ਸ਼ੁਰੂ ਹੋਈ। 1941 ਦੇ ਵਿੱਚ ਵੱਧਦੀ ਗਈ 51, 1961 ਦੇ ਵਿੱਚ 1971, 1981, 1991। ਇਸ ਤਰ੍ਹਾਂ ਤੁਸੀਂ ਟੇਬਲ ਤੁਹਾਡੇ ਸਾਹਮਣੇ ਆ, ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਸ ਤਰ੍ਹਾਂ ਕਰਦੇ ਕਰਦੇ 2011 ਦੇ ਵਿੱਚ ਜੋ ਭਾਰਤ ਦੀ ਜੋ ਜਨਸੰਖਿਆ ਹੈ ਉਹ 121 ਕਰੋੜ ਹੋ ਗਈ ਹੈ ਅਤੇ ਜਿਹਦੇ ਵਿੱਚ ਜੋ ਦਹਾਕੇ ਵਾਲੀ ਵਾਧਾ ਦਰ ਹੈ ਉਹ 17.64% ਜੋ ਵਾਧਾ ਹੋਇਆ ਅਤੇ ਜੋ ਔਸਤ ਜੋ ਐਕਸਪੋਨੈਂਸ਼ੀਅਲ ਵਾਧਾ ਦਰ ਸੀ ਐਨੂਅਲ ਉਹ 1.79% ਹੋਇਆ
ਅਤੇ 1901 ਤੋਂ ਬਾਅਦ ਜਿਹੜੀ ਵਾਧਾ ਦਰ, ਉਹ ਜਿਹੜੀ ਵੱਧਦੀ ਹੋਈ ਵਾਧਾ ਦਰ ਸੀ ਉਹ 366.74, ਜੋ ਮਤਲਬ ਦੇ ਹਿਸਾਬ ਨਾਲ ਜੋ ਵਾਧਾ ਜਿਹੜਾ ਸੀ ਇਹਦੇ ਵਿੱਚ ਦੇਖਣ ਨੂੰ ਮਿਲਿਆ ਆ ਸਾਨੂੰ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ 1921 ਅਤੇ 1951 ਦੇ ਵਿੱਚ ਸਾਲਾਂ ਤੋਂ ਬਾਅਦ ਜਿਹੜੀ ਵਸੋਂ ਆ, ਜੋ ਜਨਸੰਖਿਆ ਕਾਫੀ ਤੇਜ਼ੀ ਨਾਲ ਵਧੀ ਹੈ ਅਤੇ ਜੋ 1921 ਅਤੇ 1951 ਨੂੰ ਜਨਸੰਖਿਅਕ ਵਿਭਾਜਨ ਦਾ ਸਾਲ ਵੀ ਜਿਹੜਾ ਸੀ ਉਹ ਮੰਨਿਆ ਗਿਆ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੋ ਸਾਡਾ ਭਾਰਤ ਹੈ ਉਹ ਦੁਨੀਆ ਦੇ ਵਿੱਚ ਚੀਨ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦਾ ਆ। ਯਾਨੀ ਕਿ ਜੋ ਸਾਡੇ ਭਾਰਤ ਦੀ ਜਨਸੰਖਿਆ ਆ, ਜੇਕਰ ਅਸੀਂ USA ਜਾਂ ਅਸੀਂ ਰੂਸ ਜੋ ਸੰਘ ਸੀ ਉਹਨਾਂ ਦੋਨਾਂ ਦੀ ਜਨਸੰਖਿਆ ਨੂੰ ਮਿਲਾਈਏ ਤਾਂ ਉਹਨਾਂ ਤੋਂ ਵੀ ਮਤਲਬ ਸਾਡੇ ਭਾਰਤ ਦੀ ਜਨਸੰਖਿਆ ਜਿਹੜੀ ਸੀ ਉਹ ਵੱਧ ਹੈ। ਇੱਥੋਂ ਤੱਕ ਕਿ ਸਾਡਾ ਜਿਹੜਾ ਭਾਰਤ ਜੋ ਦੇਸ਼ ਹੈ ਉਹਦੀ ਜੋ ਜਨਸੰਖਿਆ ਉਹ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਤੋਂ 7 ਗੁਣਾ ਜ਼ਿਆਦਾ ਜਿਹੜਾ ਸੀ ਉਹ ਵੱਧ ਹੈ। ਇਸ ਤੋਂ ਬਾਅਦ ਅਸੀਂ ਹੁਣ ਅੱਗੇ ਚੱਲ ਕੇ ਦੇਖਦੇ ਹਾਂ ਕਿ ਜੋ ਵੱਧਦੀ ਹੋਈ ਜੋ ਵਿਸ਼ਾਲ ਜਨਸੰਖਿਆ ਆ ਉਹਦੇ ਕੀ ਨਤੀਜੇ ਹੁੰਦੇ ਆ।